ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਆਪਣੇ ਇਸ ਐਜੂਕੇਸ਼ਨਲ ਚੈਨਲ ਦੇ ਵਿੱਚ। ਅੱਜ ਆਪਾਂ 8ਵੀਂ ਜਮਾਤ ਦੇ ਸਮਾਜਿਕ ਵਿਗਿਆਨ ਵਿਸ਼ੇ ਦੇ ਪਾਠ ਨੰਬਰ 2, ਜਿਹਦਾ ਨਾਮ ਹੈ ਕੁਦਰਤੀ ਸਾਧਨ। ਇਸ ਟੌਪਿਕ ਦੇ ਆਪਾਂ ਜਿਹੜੇ ਪ੍ਰਸ਼ਨ ਉੱਤਰ ਹੈਗੇ ਪੂਰੇ ਪਾਠ ਦੇ, ਉਹਨਾਂ ਨੂੰ ਆਪਾਂ ਤੁਹਾਡੇ ਲਈ ਇੱਥੇ ਡਿਸਕਸ ਕਰਾਂਗੇ। ਤੁਸੀਂ ਇੱਕ ਇੱਕ ਪ੍ਰਸ਼ਨ ਕਰਕੇ ਆਪਣੀ ਕਾਪੀਜ਼ ਦੇ ਉੱਪਰ ਇਹਨਾਂ ਨੂੰ ਨੋਟ ਕਰ ਲੈਣਾ ਗਾ। ਤਾਂ ਆਓ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਆਪਾਂ ਉੱਤਰ ਹੈ ਜੋ 1 ਤੋਂ 15 ਸ਼ਬਦਾਂ ਵਾਲੇ, ਠੀਕ ਹੈ, ਉਹ ਹੱਲ ਕਰਦੇ ਹਾਂ। ਇਹਨਾਂ ਦੇ ਵਿੱਚ ਪ੍ਰਸ਼ਨ ਨੰਬਰ 1 ਹੈ ਆਪਣਾ, ਪਿਆਰੇ ਵਿਦਿਆਰਥੀਓ, ਭੂਮੀ ਨੂੰ ਮੁੱਖ ਤੌਰ 'ਤੇ ਕਿਹੜੇ ਕਿਹੜੇ ਧਰਾਤਲੀ ਭਾਗਾਂ ਵਿੱਚ ਵੰਡਿਆ ਜਾਂਦਾ ਗਾ। ਠੀਕ ਹੈ, ਜਿਹੜੀ ਭੂਮੀ ਹੈ ਉਹਦੇ ਕਿਹੜੇ ਕਿਹੜੇ ਧਰਾਤਲੀ ਭਾਗ ਨੇ। ਠੀਕ ਹੈ, ਇੱਕ ਦੇਖੋ ਪਠਾਰ, ਪਹਾੜ, ਨੰਬਰ 2 ਪਠਾਰ, ਨੰਬਰ 3 ਮੈਦਾਨ। ਯਾਨੀ ਕਿ ਭੂਮੀ ਨੂੰ ਮੁੱਖ ਤੌਰ 'ਤੇ ਕਿੰਨੇ ਧਰਾਤਲੀ ਭਾਗਾਂ 'ਚ ਵੰਡਿਆ ਜਾ ਸਕਦਾ ਗਾ? 3, ਪਹਾੜ, ਪਠਾਰ ਅਤੇ ਮੈਦਾਨ। ਪ੍ਰਸ਼ਨ ਨੰਬਰ 2, ਮੈਦਾਨਾਂ ਦਾ ਕੀ ਮਹੱਤਵ ਹੈ? ਹਾਂਜੀ, ਜਿਹੜੀ ਦੇਖੋ ਆਪਾਂ ਇੱਥੇ ਮੈਦਾਨਾਂ ਦੀ ਗੱਲ ਕੀਤੀ ਹੈ, ਉਹਨਾਂ ਦਾ ਕੀ ਮਹੱਤਵ ਹੈਗਾ। ਠੀਕ ਹੈ, ਇੱਕ ਗੱਲ ਧਿਆਨ ਦਿਓ ਪਿਆਰੇ ਵਿਦਿਆਰਥੀਓ, ਜੋ ਮੈਦਾਨ ਹੁੰਦੇ ਆ ਵੀ ਉਹ ਪੱਧਰੇ ਹੁੰਦੇ ਹੈਗੇ। ਠੀਕ ਹੈ, ਜਿਵੇਂ ਅਸੀਂ ਰਹਿੰਦੇ, ਅਸੀਂ ਮੈਦਾਨਾਂ ਦੇ ਵਿੱਚ ਰਹਿੰਦੇ ਤਾਂ ਇਹ ਇਲਾਕੇ ਪੱਧਰੇ ਹੁੰਦੇ ਹੈਗੇ, ਅਤੇ ਪੱਧਰੇ ਇਲਾਕਿਆਂ ਦੇ ਵਿੱਚ ਖੇਤੀ ਕਰਨਾ ਸੰਭਵ ਹੈਗਾ। ਠੀਕ ਹੈ, ਆਵਾਜਾਈ ਦੇ ਸਾਧਨ ਵਧੀਆ ਹੈਗੇ, ਸੜਕਾਂ ਵਸਾਉਣੀਆਂ ਸੌਖੀਆਂ ਨੇ, ਅਤੇ ਇਹਨਾਂ ਪੱਧਰੇ ਮੈਦਾਨੀ ਇਲਾਕਿਆਂ ਦੇ ਵਿੱਚ ਵਸੋਂ ਹਮੇਸ਼ਾ ਜ਼ਿਆਦਾ ਹੁੰਦੀ ਹੈ, ਲੋਕ ਜ਼ਿਆਦਾ ਰਹਿੰਦੇ ਹੁੰਦੇ ਹੈਗੇ। ਠੀਕ ਹੈ, ਤਾਂ ਦੇਖੋ ਆਓ ਪੁੱਤਰ ਹੱਲ ਕਰਦੇ ਇਹਦਾ। ਮੈਦਾਨ ਖੇਤੀਯੋਗ ਅਤੇ ਸੰਘਣੀ ਵਸੋਂ ਵਾਲੇ ਖੇਤਰ ਹੁੰਦੇ ਹੈਗੇ। ਠੀਕ ਹੈ, ਸੰਘਣੀ ਵਸੋਂ ਵਾਲੇ ਮਤਲਬ ਇੱਥੇ ਲੋਕ ਜ਼ਿਆਦਾ ਰਹਿੰਦੇ ਹੈਗੇ, ਕਿਉਂਕਿ ਇੱਥੇ ਜ਼ਿੰਦਗੀ ਦੀਆਂ ਜਿਹੜੀਆਂ ਸਾਰੀਆਂ ਸਹੂਲਤਾਂ ਨੇ ਆਸਾਨੀ ਨਾਲ ਮਿਲ ਜਾਂਦੀਆਂ ਨੇ। ਭਾਰਤ ਦੇ ਕੁੱਲ ਰਕਬੇ ਦਾ 43% ਭਾਗ ਮੈਦਾਨੀ ਹੈ। ਠੀਕ ਹੈ, ਮੰਨ ਲਓ ਜੇ ਅਸੀਂ ਭਾਰਤ ਦੇ ਪੂਰੇ ਧਰਾਤਲੀ ਭਾਗ ਨੂੰ 100% ਮੰਨ ਲੈਂਦੇ ਹੈਗੇ, ਜਿਹਦੇ ਵਿੱਚ ਪਠਾਰ, ਪਹਾੜ ਅਤੇ ਮੈਦਾਨ ਨੇ, ਉਹਦੇ ਵਿੱਚ 43% ਭਾਗ ਮੈਦਾਨੀ ਹੈ। ਮੈਦਾਨ ਮਨੁੱਖ ਦੀਆਂ ਅਨੇਕਾਂ ਲੋੜਾਂ ਪੂਰੀਆਂ ਕਰਦੇ ਹਨ। ਖੇਤੀਬਾੜੀ ਅਤੇ ਬਨਸਪਤੀ ਦੇ ਪੱਖੋਂ ਮੈਦਾਨੀ ਭੂਮੀ ਬਹੁਤ ਹੀ ਕੀਮਤੀ ਮੰਨੀ ਜਾਂਦੀ ਹੈਗੀ। ਠੀਕ ਹੈ, ਤਾਂ ਇਹਦਾ ਉੱਤਰ ਹੈਗਾ, ਸੌਖਾ ਜਿਹਾ ਉੱਤਰ ਹੈਗਾ, ਲਿਖ ਲੈਣਾ ਤੁਸੀਂ ਆਪਣੀ ਕਾਪੀਜ਼ ਦੇ ਉੱਪਰ। ਨੰਬਰ 3, ਉਹ ਕਿਹੜੇ ਤੱਤ ਹਨ ਜਿਹੜੇ ਮਿੱਟੀ ਦੀ ਰਚਨਾ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਹੈ? ਠੀਕ ਹੈ, ਜਿਨ੍ਹਾਂ ਕਰਕੇ ਮਿੱਟੀ ਦਾ ਨਿਰਮਾਣ ਹੁੰਦਾ ਹੈਗਾ, ਉਹਨਾਂ ਤੱਤਾਂ ਬਾਰੇ ਆਪਾਂ ਦੱਸਣਾ ਹੈਗਾ। ਇਹਦੇ ਵਿੱਚ ਮੂਲ ਚਟਾਨ। ਠੀਕ ਹੈ, ਮਿੱਟੀ ਕੀ ਸੀ? ਆਪਾਂ ਪਿਛਲੇ ਟੌਪਿਕ ਦੇ ਵਿੱਚ ਕੀਤਾ ਸੀ ਵੀ ਮਿੱਟੀ ਚਟਾਨਾਂ ਦੇ ਟੁੱਟਣ ਭੱਜਣ ਦੇ ਨਾਲ ਬਣਦੀ ਹੈ, ਧਰਤੀ ਦੇ ਸਭ ਤੋਂ ਉੱਪਰਲੀ ਛੋਟੀ ਜਿਹੀ ਪਰਤ ਹੈ। ਠੀਕ ਹੈ, ਤਾਂ ਹੁਣ ਇਹ ਕਿਹਦੇ ਨਾਲ ਬਣਦੀ ਹੈ? ਵੀ ਮੂਲ ਚਟਾਨ ਹੋ ਗਈ, ਜਲਵਾਯੂ ਹੋ ਗਿਆ, ਪੌਦੇ ਅਤੇ ਹੋਰ ਜੀਵ ਹੋ ਗਏ। ਠੀਕ ਹੈ, ਇਹ ਉਹ ਤੱਤ ਹੈਗੇ ਜਿਨ੍ਹਾਂ ਕਰਕੇ ਮਿੱਟੀ ਦਾ ਨਿਰਮਾਣ ਹੁੰਦਾ ਹੈ। ਹਾਂਜੀ, ਪ੍ਰਸ਼ਨ ਨੰਬਰ 4 ਹੈ ਆਪਣਾ, ਭਾਰਤ ਵਿੱਚ ਕਿੰਨੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ? ਕਿਸਮਾਂ ਦੇ ਨਾਮ ਲਿਖੋ। ਠੀਕ ਹੈ, ਭਾਰਤ ਵਿੱਚ ਮਤਲਬ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪਿਆਰੇ ਵਿਦਿਆਰਥੀਓ 6 ਕਿਸਮ ਦੀ ਮਿੱਟੀ ਪਾਈ ਜਾਂਦੀ ਹੈ। ਠੀਕ ਹੈ, ਪੂਰੇ ਭਾਰਤ ਵਿੱਚ 6 ਕਿਸਮ ਦੀ ਮਿੱਟੀ ਪਾਈ ਜਾਂਦੀ ਹੈ। ਆਓ ਦੇਖੋ ਆਪਾਂ ਨਾਮ ਕਰ ਦੇਂਗੇ। ਸਭ ਤੋਂ ਪਹਿਲਾਂ ਪਤਾ ਜਲੋਢੀ ਮਿੱਟੀ। ਠੀਕ ਹੈ, ਜਿਹੜੀ ਕਿ ਕਣਕ, ਝੋਨਾ ਅਤੇ ਗੰਨੇ ਦੀ ਫਸਲ ਲਈ ਬਹੁਤ ਉਪਯੋਗੀ ਹੁੰਦੀ ਹੈ। ਨੰਬਰ 2 'ਤੇ ਕਾਲੀ ਮਿੱਟੀ। ਕਾਲੀ ਮਿੱਟੀ ਕਪਾਹ ਅਤੇ ਤੰਬਾਕੂ ਦੀ ਫਸਲ ਲਈ ਚੰਗੀ ਹੁੰਦੀ ਹੈ। ਮਾਰੂਥਲੀ ਮਿੱਟੀ ਜਿਹੜੀ ਪਰਬਤਾਂ ਦੇ ਵਿੱਚ ਪਾਈ ਜਾਂਦੀ ਹੈ, ਪਰਬਤੀ ਖੇਤਰਾਂ ਦੇ ਵਿੱਚ। ਲਾਲ ਮਿੱਟੀ ਕੇਰਲ ਕਰਨਾਟਕ ਦੇ ਨੇੜੇ ਪਾਈ ਜਾਂਦੀ ਹੈ, ਤਮਿਲਨਾਡੂ ਵਾਲੀ ਸਾਈਡ 'ਤੇ। ਨੰਬਰ 5 'ਤੇ ਲੈਟਰਾਈਟ ਮਿੱਟੀ। ਨੰਬਰ 6 'ਤੇ ਜੰਗਲੀ ਅਤੇ ਪਰਬਤੀ ਮਿੱਟੀ। ਠੀਕ ਹੈ, ਮਾਰੂਥਲੀ ਮਿੱਟੀ ਸਾਰੀ ਰਾਜਸਥਾਨ ਦੇ ਵਿੱਚ ਪਾਈ ਜਾਂਦੀ ਹੈਗੀ। ਠੀਕ ਹੈ, ਮਾਰੂਥਲੀ ਮਿੱਟੀ ਰਾਜਸਥਾਨ 'ਚ ਪਾਈ ਜਾਂਦੀ ਹੈ। ਜੰਗਲੀ ਅਤੇ ਜਿਹੜੀ ਪਰਬਤੀ ਮਿੱਟੀ ਹੈਗੀ, ਇਹ ਪਰਬਤੀ ਜਿਹੜੇ ਖੇਤਰ ਨੇ ਅਤੇ ਪਹਾੜ ਪਠਾਰ ਨੇ ਉੱਥੇ ਪਾਈ ਜਾਂਦੀ। ਹਾਂਜੀ, ਨੈਕਸਟ ਕੁਐਸਚਨ ਹੈ ਪਿਆਰੇ ਵਿਦਿਆਰਥੀਓ ਆਪਣਾ, ਪ੍ਰਸ਼ਨ ਨੰਬਰ 5, ਕਾਲੀ ਮਿੱਟੀ ਵਿੱਚ ਕਿਹੜੀਆਂ ਕਿਹੜੀਆਂ ਫਸਲਾਂ ਉਗਾਈਆਂ ਜਾ ਸਕਦੀਆਂ ਹਨ? ਹਾਂਜੀ, ਕਾਲੀ ਮਿੱਟੀ ਦੀ ਆਪਾਂ ਗੱਲ ਕੀਤੀ ਸੀ। ਠੀਕ ਹੈ, ਮੂਲਤଃ ਜਿਹੜੀ ਕਾਲੀ ਮਿੱਟੀ ਹੈਗੀ ਗੁਜਰਾਤ ਅਤੇ ਮਹਾਰਾਸ਼ਟਰ ਦੇ ਵਿੱਚ ਜ਼ਿਆਦਾ ਪਾਈ ਜਾਂਦੀ ਹੈਗੀ। ਤਾਂ ਇਸ ਮਿੱਟੀ ਦੇ ਵਿੱਚ ਕਿਹੜੀਆਂ ਕਿਹੜੀਆਂ ਫਸਲਾਂ ਉਗਾਈਆਂ ਜਾ ਸਕਦੀਆਂ ਨੇ? ਕਪਾਹ। ਠੀਕ ਹੈ, ਕਾਲੀ ਮਿੱਟੀ ਨੂੰ ਕਪਾਹੀ ਮਿੱਟੀ ਵੀ ਕਹਿੰਦੇ ਹੈਗੇ, ਇਹ ਨੋਟ ਕਰ ਲੈਣਾ ਤੁਸੀਂ ਪਿਆਰੇ ਵਿਦਿਆਰਥੀਓ। ਠੀਕ ਹੈ, ਹੁਣ ਕਪਾਹੀ ਮਿੱਟੀ ਕਿਉਂ ਕਹਿੰਦੇ? ਕਿਉਂਕਿ ਕਾਲੀ ਮਿੱਟੀ ਦੇ ਵਿੱਚ ਸਭ ਤੋਂ ਵੱਧ ਕਪਾਹ ਪੈਦਾ ਹੁੰਦੀ ਹੈਗੀ। ਠੀਕ ਹੈ, ਤਾਂ ਇਹਦਾ ਉੱਤਰ ਕਪਾਹ ਹੋ ਗਿਆ, ਕਣਕ ਹੋ ਗਿਆ, ਜਵਾਰ, ਅਲਸੀ, ਤੰਬਾਕੂ ਅਤੇ ਸੂਰਜਮੁਖੀ। ਠੀਕ ਹੈ, ਇਹ 6 ਫਸਲ ਆਦਿ
मतलब इस तो ज़्यादा भी कोई नहीं जा सकਦੀਆਂ, पर ਇੱਥੇ ਸਾਨੂੰ 6 ਦੇ ਨਾਮ ਲਿਖੇ ਨੇ। ਕਪਾਹ, ਕਣਕ, ਜਵਾਰ, ਅਲਸੀ, ਤੰਬਾਕੂ, ਸੂਰਜਮੁਖੀ। ਹਾਂਜੀ, ਪ੍ਰਸ਼ਨ ਨੰਬਰ 6 ਹੈ ਪਿਆਰੇ ਵਿਦਿਆਰਥੀਓ, ਪਾਣੀ ਦੇ ਮੁੱਖ ਸੋਮਿਆਂ ਦੇ ਨਾਮ ਲਿਖੋ। ਠੀਕ ਹੈ, ਉਹ ਸੋਮੇ ਜਿਨ੍ਹਾਂ ਤੋਂ ਪਾਣੀ ਪ੍ਰਾਪਤ ਹੁੰਦਾ ਹੈ। ਦੇਖੋ, ਵਰਖਾ, ਦਰਿਆ, ਨਦੀਆਂ, ਨਹਿਰਾਂ, ਧਰਤੀ ਹੇਠਲਾ ਪਾਣੀ, ਤਲਾਬ, ਇਹ ਸਾਰੇ ਪਾਣੀ ਦੇ ਮੁੱਖ ਸੋਮੇ ਹੈਗੇ। ਵਰਖਾ, ਦਰਿਆ, ਨਦੀਆਂ, ਨਹਿਰਾਂ, ਧਰਤੀ ਹੇਠਲਾ ਪਾਣੀ, ਤਲਾਬ। ਹਾਂਜੀ, ਪ੍ਰਸ਼ਨ ਨੰਬਰ 7, ਕੁਦਰਤੀ ਬਨਸਪਤੀ ਤੋਂ ਮਨੁੱਖ ਨੂੰ ਕੀ ਕੁਝ ਪ੍ਰਾਪਤ ਹੁੰਦਾ ਹੈ। ਕੁਦਰਤੀ ਬਨਸਪਤੀ ਕਹਿ ਸਕਦੇ ਹਾਂ, ਜੰਗਲ ਕਹਿ ਸਕਦੇ ਹਾਂ, ਵਣ ਕਹਿ ਸਕਦੇ ਹਾਂ ਆਪਾਂ। ਠੀਕ ਹੈ, ਉਹਨਾਂ ਤੋਂ ਸਾਨੂੰ ਕੀ ਕੀ ਕੁਛ ਪ੍ਰਾਪਤ ਹੁੰਦਾ, ਜਿਵੇਂ ਦੇਖੋ ਫਲ, ਕਈ ਤਰ੍ਹਾਂ ਦੇ ਫਲ, ਦਵਾਈਆਂ, ਲੱਕੜ, ਠੀਕ ਹੈ, ਆਦਿ ਪ੍ਰਾਪਤ ਹੁੰਦਾ ਹੈਗਾ। ਕੁਦਰਤੀ ਬਨਸਪਤੀ ਵਰਖਾ ਲਿਆਉਣ ਵਿੱਚ ਵੀ ਸਹਾਇਕ ਸਿੱਧ ਹੁੰਦੀ ਹੈਗੀ। ਠੀਕ ਹੈ, ਤਾਂ ਕੁਦਰਤੀ ਬਨਸਪਤੀ ਨੂੰ ਮਨੁੱਖ ਨੂੰ ਕਈ ਤਰ੍ਹਾਂ ਦੇ ਫੁੱਲ, ਫਲ, ਦਵਾਈਆਂ, ਲੱਕੜ ਆਦਿ ਪ੍ਰਾਪਤ ਹੁੰਦੀ ਹੈ। ਅਤੇ ਕੁਦਰਤੀ ਬਨਸਪਤੀ ਵਰਖਾ ਲਿਆਉਣ ਦੇ ਵਿੱਚ ਵੀ ਸਹਾਇਕ ਸਿੱਧ ਹੁੰਦੀ ਹੈ। ਜਿਸ ਖੇਤਰ ਦੇ ਵਿੱਚ ਪਿਆਰੇ ਵਿਦਿਆਰਥੀਓ ਵੱਧ ਜੰਗਲ ਹੋਣਗੇ ਜਾਂ ਵੱਧ ਵਣ ਹੋਣਗੇ, ਠੀਕ ਹੈ, ਕੁਦਰਤੀ ਬਨਸਪਤੀ ਹੋਏਗੀ, ਉੱਥੇ ਵਰਖਾ ਵੀ ਜ਼ਿਆਦਾ ਹੋਏਗੀ। ਪ੍ਰਸ਼ਨ ਨੰਬਰ 8 ਹੈ ਪਿਆਰੇ ਵਿਦਿਆਰਥੀ ਆਪਣਾ, ਭਾਰਤ ਵਿੱਚ ਜੰਗਲਾਂ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਮਿਲਦੀਆਂ ਹਨ। ਹਾਂਜੀ, ਹੁਣ ਆਪਾਂ ਜੰਗਲਾਂ ਦੀਆਂ ਕਿਸਮਾਂ ਦੱਸਣੀਆਂ, ਕਿਹੜੇ ਕਿਹੜੇ ਕਿਸਮ ਦੇ ਜੰਗਲ ਪਾਏ ਜਾਂਦੇ ਆ। ਸਭ ਤੋਂ ਪਹਿਲਾਂ ਵੀ ਸਦਾਬਹਾਰ ਜੰਗਲ। ਠੀਕ ਹੈ, ਸਦਾਬਹਾਰ ਜੰਗਲ ਉਹ ਹੁੰਦੇ ਹੈਗੇ ਜਿਹੜੇ ਕਿ ਹਮੇਸ਼ਾ ਹਰੇ ਰਹਿੰਦੇ ਹੈਗੇ। ਠੀਕ ਹੈ, ਜ਼ਿਆਦਾ ਵਰਖਾ ਵਾਲੇ ਖੇਤਰਾਂ 'ਚ ਹੁੰਦੇ ਹੈਗੇ। ਨੰਬਰ 2 'ਤੇ ਪਤਝੜੀ ਜੰਗਲ, ਇਹ ਉਹ ਜੰਗਲ ਹੈਗੇ ਜਿਹੜੇ ਕਿ ਇੱਕ ਖਾਸ ਮੌਸਮ ਆਉਣ 'ਤੇ ਆਪਣੇ ਪੱਤੇ ਝਾੜ ਦਿੰਦੇ ਹੈਗੇ। ਨੰਬਰ 3 'ਤੇ ਮਾਰੂਥਲੀ ਜਾਂ ਖੁਸ਼ਕ ਜੰਗਲ, ਇਹ ਮਾਰੂਥਲੀ ਖੇਤਰਾਂ ਦੇ ਵਿੱਚ ਹੁੰਦੇ ਹੈਗੇ। ਇਹਨਾਂ ਦੇ ਪੱਤੇ ਪਤਲੇ ਹੁੰਦੇ ਹੈਗੇ ਜਾਂ ਕੰਡੇਦਾਰ ਹੁੰਦੇ ਹੈਗੇ। ਠੀਕ ਹੈ, ਜਿਵੇਂ ਕੈਕਟਸ ਹੋ ਗਿਆ, ਥੋਰ ਹੋ ਗਿਆ। ਨੰਬਰ 4 'ਤੇ ਪਰਬਤੀ ਜੰਗਲ, ਜਿਹੜੇ ਖੇਤਰ ਪਰਬਤਾਂ ਵਾਲੇ ਨੇ, ਪਠਾਰਾਂ ਵਾਲੇ ਨੇ, ਉੱਥੇ ਜੰਗਲ ਪਾਏ ਜਾਂਦੇ ਹੈਗੇ। ਨੰਬਰ 5 ਡੈਲਟਾਈ ਜੰਗਲ। ਠੀਕ ਹੈ, ਇਹ ਨਦੀਆਂ ਜਿਹੜੀਆਂ ਡੈਲਟੇ ਬਣਾਉਂਦੀਆਂ ਨੇ ਸਮੁੰਦਰ ਦੇ ਕਿਨਾਰਿਆਂ ਦੇ ਨੇੜੇ, ਠੀਕ ਹੈ, ਉੱਥੇ ਇਹ ਜੰਗਲ ਪਾਏ ਜਾਂਦੇ। ਯਾਨੀ ਕਿ ਕੁੱਲ 5 ਪ੍ਰਕਾਰ ਦੇ ਜਿਹੜੇ ਜੰਗਲ ਹੈਗੇ ਭਾਰਤ 'ਚ ਪਾਏ ਜਾਂਦੇ ਆ। ਸਦਾਬਹਾਰ ਜੰਗਲ, ਪਤਝੜੀ ਜੰਗਲ, ਮਾਰੂਥਲੀ ਜਾਂ ਖੁਸ਼ਕ ਜੰਗਲ, ਪਰਬਤੀ ਜੰਗਲ, ਡੈਲਟਾਈ ਜੰਗਲ। ਠੀਕ ਹੈ, ਹਾਂਜੀ, ਅੱਗੇ ਆਓ ਪ੍ਰਸ਼ਨ ਨੰਬਰ 9 'ਤੇ, ਪ੍ਰਵਾਸੀ ਪੰਛੀ ਕੀ ਹਨ, ਇਹ ਕਿੱਥੋਂ ਆਉਂਦੇ ਹਨ। ਤਾਂ ਪਿਆਰੇ ਵਿਦਿਆਰਥੀ, ਜਿਹੜੇ ਪ੍ਰਵਾਸੀ ਪੰਛੀ ਹੈਗੇ, ਠੀਕ ਹੈ, ਉਹ ਦੂਜੇ ਦੇਸ਼ਾਂ ਤੋਂ ਆਉਂਦੇ ਇੱਕ ਖਾਸ ਮੌਸਮ ਦੇ ਵਿੱਚ। ਦੇਖੋ ਪੜ੍ਹਦੇ ਹਾਂ, ਕਈ ਤਰ੍ਹਾਂ ਦੇ ਪੰਛੀ ਸਰਦੀਆਂ ਦੇ ਮੌਸਮ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਭਾਰਤ ਵਿੱਚ ਆਉਂਦੇ ਹਨ। ਇਹਨਾਂ ਨੂੰ ਪ੍ਰਵਾਸੀ ਪੰਛੀ ਕਿਹਾ ਜਾਂਦਾ ਹੈਗਾ। ਯਾਨੀ ਕਿ ਇਹ ਉਹ ਪੰਛੀ ਹੈਗੇ ਜਿਹੜੇ ਇੱਕ ਖਾਸ ਮੌਸਮ ਦੇ ਵਿੱਚ ਦੂਜੇ ਦੇਸ਼ਾਂ ਤੋਂ ਭਾਰਤ ਆਉਂਦੇ ਹੈਗੇ। ਠੀਕ ਹੈ, ਇਹ ਪੰਛੀ ਠੰਡੇ ਦੇਸ਼ਾਂ ਜਿਵੇਂ ਕਿ ਚੀਨ, ਸਾਈਬੇਰੀਆ ਆਦਿ ਤੋਂ ਭਾਰਤ ਆਉਂਦੇ ਹੈਗੇ। ਠੀਕ ਹੈ ਵੀ, ਤਾਂ ਜਿਹੜੀ ਕਈ ਤਰ੍ਹਾਂ ਦੇ ਪੰਛੀ ਸਰਦੀਆਂ ਦੇ ਮੌਸਮ ਵਿੱਚ ਵੱਡੀ ਗਿਣਤੀ ਵਿੱਚ ਭਾਰਤ ਆਉਂਦੇ ਹੈਗੇ, ਉਹਨਾਂ ਨੂੰ ਆਪਾਂ ਪ੍ਰਵਾਸੀ ਪੰਛੀ ਕਹਿੰਦੇ ਹਾਂ। ਇਹ ਪੰਛੀ ਠੰਡੇ ਦੇਸ਼ਾਂ ਜਿਵੇਂ ਚੀਨ, ਸਾਈਬੇਰੀਆ ਆਦਿ ਤੋਂ ਭਾਰਤ ਆਉਂਦੇ ਹਨ। ਹਾਂਜੀ, ਇਸ ਤੋਂ ਬਾਅਦ ਪਿਆਰੇ ਵਿਦਿਆਰਥੀ ਆਪਣੇ ਕੋਲ ਨੇ ਥੋੜ੍ਹੇ ਵੱਡੇ ਪ੍ਰਸ਼ਨ, 3-3, 4-4 ਅੰਕਾਂ ਵਾਲੇ। 50 ਤੋਂ 60 ਸ਼ਬਦਾਂ ਦੇ ਵਿੱਚ ਆਪਾਂ ਇਹਨਾਂ ਦੇ ਉੱਤਰ ਦੇਣੇ ਹੈਗੇ। ਤਾਂ ਨੰਬਰ 10 ਹੈ ਪ੍ਰਸ਼ਨ ਆਪਣੇ ਕੋਲ, ਭਾਰਤ ਵਿੱਚ ਭੂਮੀ ਦੀ ਵਰਤੋਂ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ। ਠੀਕ ਹੈ, ਵੀ ਕਿਹੜੇ ਕਿਹੜੇ ਖੇਤਰਾਂ ਵਿੱਚ ਭੂਮੀ ਕਿੰਨੇ % ਵਰਤੀ ਜਾਂਦੀ ਹੈ। ਜੰਗਲਾਂ ਹੇਠ ਭੂਮੀ 23% ਹੈ, ਬਿਜਾਈ ਹੇਠ ਭੂਮੀ 46% ਹੈ, ਗੈਰ ਖੇਤੀਯੋਗ ਭੂਮੀ 14% ਹੈ, ਖੇਤੀ ਤੋਂ ਬਿਨਾਂ ਛੱਡੀ ਹੋਈ ਭੂਮੀ 8% ਹੈ, ਖੇਤੀਯੋਗ ਪਰੰਤੂ ਵਿਅਰਥ ਭੂਮੀ 5% ਹੈ। ਠੀਕ ਹੈ, ਮਤਲਬ ਤਾਂ ਖੇਤੀ ਕੀਤੀ ਜਾ ਸਕਦੀ ਹੈ ਪਰ ਉਹ ਜੇ ਵਿਹਲੀ ਪਈ ਹੈ, ਵਿਅਰਥ ਪਈ ਹੈਗੀ। ਚਰਗਾਹਾਂ ਹੇਠ, ਦਰੱਖਤਾਂ ਹੇਠ 4%। ਹਾਂਜੀ ਪਿਆਰੇ, ਮਿੱਟੀ ਦੀਆਂ ਕਿਸਮਾਂ ਵਿੱਚ ਜਲੋੜ੍ਹੀ ਮਿੱਟੀ ਦੀ ਮਹੱਤਤਾ ਬਾਰੇ ਲਿਖੋ। ਤਾਂ ਜਿਹੜੀ ਜਲੋੜ੍ਹੀ ਮਿੱਟੀ ਹੈ ਪਿਆਰੇ ਵਿਦਿਆਰਥੀਓ, ਇਹ ਦੇਸ਼ ਦੇ ਲਗਭਗ 45% ਹਿੱਸੇ ਵਿੱਚ ਪਾਈ ਜਾਂਦੀ ਹੈ। ਠੀਕ ਹੈ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਇਹ ਜਿਹੜੀ ਪੱਟੀ ਹੈਗੀ ਇੱਥੇ ਜਲੋੜ੍ਹੀ ਮਿੱਟੀ ਪਾਈ ਜਾਂਦੀ ਹੈ ਅਤੇ 45% ਹਿੱਸਾ ਇਹਦਾ। ਇਸ ਕਿਸਮ ਦੀ ਮਿੱਟੀ ਸਾਡੀ ਖੇਤੀਬਾੜੀ ਨੂੰ ਪ੍ਰਫੁੱਲਿਤ ਕਰਨ ਵਿੱਚ ਯੋਗਦਾਨ ਪਾਉਂਦੀ ਹੈ। ਇਹ ਨਦੀਆਂ ਅਤੇ ਦਰਿਆਵਾਂ ਦੇ ਪਾਣੀ ਦੁਆਰਾ ਲਿਆ ਕੇ ਜਮ੍ਹਾਂ ਕੀਤੀ ਹੋਈ ਮਿੱਟੀ ਹੈ। ਭਾਰਤ ਦੇ ਉਪਜਾਊ ਉੱਤਰੀ ਮੈਦਾਨਾਂ ਵਿੱਚ ਮੁੱਖ ਤੌਰ 'ਤੇ ਜਲੋੜ੍ਹ ਮਿੱਟੀ ਹੀ ਮਿਲਦੀ ਹੈ। ਠੀਕ ਹੈ,
ਪਹਿਲਾਂ ਇਹ ਦੱਸਣਾ ਵੀ ਇਹ ਕਿੰਨੇ ਪ੍ਰਤੀਸ਼ਤ ਹੈਗੀ, ਠੀਕ ਹੈ। ਫਿਰ ਅਸੀਂ ਇਹ ਦੱਸਣਾ ਗਾ ਵੀ ਇਹ ਨਦੀਆਂ ਅਤੇ ਦਰਿਆਵਾਂ ਦੇ ਪਾਣੀ ਦੁਆਰਾ ਲਿਆ ਕੇ ਜਮ੍ਹਾਂ ਕੀਤੀ ਮਿੱਟੀ ਹੈ। ਫਿਰ ਦੱਸਣਾ ਗਾ ਜਿਹੜੇ ਸਾਡੇ ਉੱਤਰੀ ਮੈਦਾਨ ਨੇ ਉਹਨਾਂ ਦੇ ਵਿੱਚ ਜਲੋੜੀ ਮਿੱਟੀ ਪਾਈ ਜਾਂਦੀ ਹੈ। ਹਾਂਜੀ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਪਿਆਰੇ ਵਿਦਿਆਰਥੀਓ, ਧਿਆਨ ਨਾਲ ਤੁਸੀਂ ਸੁਣਨਾ ਗਾ, ਇਹਨੂੰ ਪੜ੍ਹਨਾ ਗਾ ਅਤੇ ਲਿਖਣਾ ਵੀ ਹੈ, ਠੀਕ ਹੈ, ਬਾਅਦ 'ਚ ਯਾਦ ਵੀ ਕਰਨਾ ਗਾ। ਮਿੱਟੀ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ, ਠੀਕ ਹੈ। ਤਾਂ ਮਿੱਟੀ ਦੀ ਸਾਂਭ ਸੰਭਾਲ ਕਿਵੇਂ, ਹਵਾ ਦੇ ਨਾਲ ਮਿੱਟੀ ਉੱਡ ਜਾਂਦੀ ਹੈਗੀ ਜਾਂ ਪਹਾੜਾਂ ਦੇ ਉੱਪਰ ਮਿੱਟੀ ਘੱਟ ਜਾਂਦੀ ਹੈਗੀ, ਪਾਣੀ ਦੇ ਨਾਲ ਮਿੱਟੀ ਵਹਿ ਜਾਂਦੀ ਹੈਗੀ, ਤਾਂ ਉਹਦੀ ਆਪਾਂ ਰੋਕਥਾਮ ਕਿਵੇਂ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਪਹਾੜਾਂ ਦੀਆਂ ਢਲਾਣਾਂ ਉੱਤੇ ਪੌਦੇ ਲਗਾਉਣੇ ਚਾਹੀਦੇ ਨੇ ਜੋ ਪਾਣੀ ਦੀ ਤੇਜ਼ ਚਾਲ ਨੂੰ ਰੋਕਿਆ ਜਾ ਸਕੇ, ਠੀਕ ਹੈ। ਵਾਧੂ ਪਾਣੀ ਦੇ ਨਿਕਾਸ ਕਰਕੇ ਮਿੱਟੀ ਨੂੰ ਸੇਮ ਦੀ ਸਮੱਸਿਆ ਤੋਂ ਰੋਕਿਆ ਜਾਵੇ। ਨੰਬਰ 3, ਹੜ੍ਹਾਂ ਨੂੰ ਨਦੀਆਂ 'ਤੇ ਬੰਨ੍ਹ ਲਗਾ ਕੇ ਰੋਕਣਾ ਚਾਹੀਦਾ ਹੈਗਾ। ਨੰਬਰ 4, ਖੇਤੀ ਕਰਨ ਦੇ ਲਈ ਵਧੀਆ ਢੰਗ ਤਰੀਕੇ ਵਰਤਣੇ ਚਾਹੀਦੇ ਹੈਗੇ, ਠੀਕ ਹੈ। ਇਹ 4 ਤਰੀਕੇ ਹੈਗੇ ਜਿਨ੍ਹਾਂ ਨਾਲ ਅਸੀਂ ਮਿੱਟੀ ਦੀ ਸਾਂਭ ਸੰਭਾਲ ਕਰ ਸਕਦੇ ਹੈਗੇ, ਠੀਕ ਹੈ। ਪਹਾੜਾਂ ਦੀਆਂ ਢਲਾਣਾਂ 'ਤੇ ਪੌਦੇ ਲਗਾਉਣੇ ਚਾਹੀਦੇ ਨੇ ਤਾਂ ਜੋ ਪਾਣੀ ਦੀ ਜਿਹੜੀ ਢਾਲ ਹੈਗੀ, ਤੇਜ਼ ਚਾਲ ਹੈਗੀ, ਉਹਨੂੰ ਰੋਕਿਆ ਜਾ ਸਕੇ। ਵਾਧੂ ਪਾਣੀ ਦਾ ਨਿਕਾਸ ਕਰਕੇ ਮਿੱਟੀ ਨੂੰ ਸੇਮ ਤੋਂ ਰੋਕਿਆ ਜਾ ਸਕਦਾ ਗਾ। ਹੜ੍ਹਾਂ ਨੂੰ ਨਦੀਆਂ 'ਤੇ ਬੰਨ੍ਹ ਲਗਾ ਕੇ ਰੋਕਣਾ ਚਾਹੀਦਾ ਗਾ। ਖੇਤੀ ਕਰਨ ਦੇ ਲਈ ਵਧੀਆ ਢੰਗ ਤਰੀਕੇ ਵਰਤਣੇ ਚਾਹੀਦੇ ਹੈਗੇ। ਇਸ ਤੋਂ ਅੱਗੇ ਪ੍ਰਸ਼ਨ ਹੈ ਪਿਆਰੇ ਵਿਦਿਆਰਥੀਓ, ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ। ਹਾਂਜੀ, ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ। ਦੇਖੋ, ਸਭ ਤੋਂ ਪਹਿਲਾਂ ਪਾਣੀ ਨੂੰ ਲੋੜ ਤੋਂ ਜ਼ਿਆਦਾ ਨਾ ਵਰਤੇ ਜਾਵੇ, ਜਿੰਨੀ ਸਾਨੂੰ ਲੋੜ ਹੈ ਉਨੀ ਹੀ ਪਾਣੀ ਦੀ ਵਰਤੋਂ ਕੀਤੀ ਜਾਵੇ। ਨੰਬਰ 2, ਸਿੰਚਾਈ ਲੋੜ ਅਨੁਸਾਰ ਕੀਤੀ ਜਾਵੇ। ਸਿੰਚਾਈ ਲਈ ਨਵੇਂ ਤਰੀਕੇ ਜਿਵੇਂ ਫੁਹਾਰਾ ਪ੍ਰਣਾਲੀ ਆਦਿ ਦੀ ਵਰਤੋਂ ਕੀਤੀ ਜਾਵੇ, ਠੀਕ ਹੈ। ਬਹੁਤਾ ਪਾਣੀ ਸਿੰਚਾਈ ਦੇ ਵਿੱਚ ਵੀ ਵਿਅਰਥ ਚਲ ਜਾਂਦਾ ਗਾ, ਇਸ ਕਰਕੇ ਲੋੜ ਦੇ ਅਨੁਸਾਰ ਜਿਹੜੀ ਸਿੰਚਾਈ ਹੈਗੀ ਕੀਤੀ ਜਾਵੇ। ਸਿੰਚਾਈ ਦੇ ਨਵੀਆਂ ਤਕਨੀਕਾਂ ਜਿਵੇਂ ਫੁਹਾਰਾ ਪ੍ਰਣਾਲੀ ਉਸ ਦੀ ਵਰਤੋਂ ਕੀਤੀ ਜਾਵੇ। ਨੰਬਰ 3, ਵਰਖਾ ਦੇ ਪਾਣੀ ਨੂੰ ਬੰਨ੍ਹ ਬਣਾ ਕੇ ਜਮ੍ਹਾਂ ਕਰਕੇ ਬਾਅਦ ਵਿੱਚ ਵਰਤਿਆ ਜਾ ਸਕਦਾ ਹੈ। ਦੇਖੋ, ਜਦੋਂ ਵਰਖਾ ਪੈਂਦੀ ਹੈ ਕਿੰਨੇ ਹਜ਼ਾਰਾਂ ਹੀ ਲੀਟਰ ਜਿਹੜਾ ਪਾਣੀ ਹੈਗਾ ਇੱਧਰ ਉੱਧਰ ਚਲਾ ਜਾਂਦਾ ਹੈਗਾ, ਤਾਂ ਉਸ ਨੂੰ ਇੱਕ ਜਗ੍ਹਾ ਦੇ ਉੱਪਰ ਸਟੋਰ ਕਰਕੇ ਰੱਖਿਆ ਜਾ ਸਕਦਾ ਹੈਗਾ ਅਤੇ ਲੋੜ ਪੈਣ 'ਤੇ ਉਸ ਨੂੰ ਵਰਤਿਆ ਜਾ ਸਕਦਾ ਹੈਗਾ। ਨੰਬਰ 4, ਵਰਖਾ ਦੇ ਪਾਣੀ ਨੂੰ ਜ਼ਮੀਨੀ ਬੋਰਾਂ ਰਾਹੀਂ ਜ਼ਮੀਨੀ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਇਸਤੇਮਾਲ ਕੀਤਾ ਜਾ ਸਕਦਾ ਹੈਗਾ, ਠੀਕ ਹੈ। ਜ਼ਮੀਨੀ ਬੋਰ ਕੀ ਹੁੰਦਾ ਹੈਗਾ, ਜਿਵੇਂ ਆਪਾਂ ਜ਼ਮੀਨ ਦੇ ਵਿੱਚ ਟਿਊਬਵੈੱਲ ਲਗਾਉਂਦੇ ਹੈਗੇ, ਇੱਕ ਬੋਰ ਕਰਦੇ ਹੈਗੇ ਨਾ, ਤਾਂ ਉਹਦੇ ਵਿੱਚ ਆਪਾਂ ਪਾਈਪਸ ਪਾ ਦਿੰਦੇ ਹੈਗੇ, ਪਰ ਜਿਹੜਾ ਇਹ ਜ਼ਮੀਨੀ ਬੋਰ ਕੀਤਾ ਜਾਂਦਾ ਕਿ ਇਹਦੇ ਉੱਪਰੋਂ ਇਸ ਨੂੰ ਖਾਲੀ ਛੱਡ ਦਿੱਤਾ ਜਾਂਦਾ ਇੱਥੋਂ, ਤਾਂ ਜੋ ਜਿਹੜਾ ਪਾਣੀ ਹੈਗਾ ਇਸ ਬੋਰ ਦੇ ਵਿੱਚ ਪੈਂਦਾ ਰਹੇ ਅਤੇ ਜਿਹੜਾ ਹੇਠਾਂ ਧਰਤੀ ਹੇਠਲਾ ਪਾਣੀ ਹੈ ਉਹਦਾ ਪੱਧਰ ਉੱਚਾ ਹੋ ਸਕੇ, ਠੀਕ ਹੈ ਜੀ। ਤਾਂ ਇਹ 4 ਪਿਆਰੇ ਵਿਦਿਆਰਥੀ ਆਪਣੇ ਪੁਆਇੰਟ ਸੀ, ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਹਾਂਜੀ, ਇਸ ਤੋਂ ਅੱਗੇ ਆਪਾਂ ਗੱਲ ਕਰੀਏ ਪਤਝੜੀ ਜੰਗਲਾਂ 'ਤੇ ਨੋਟ। ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਇਹ ਜਿਹੜੇ ਜੰਗਲ ਹੁੰਦੇ ਇੱਕ ਖਾਸ ਮੌਸਮ ਦੇ ਵਿੱਚ ਆਪਣੇ ਪੱਤੇ ਝਾੜ ਦਿੰਦੇ ਹੈਗੇ। ਪਤਝੜੀ ਜੰਗਲ ਉਹ ਹਨ ਜਿਨ੍ਹਾਂ ਦਰੱਖਤਾਂ ਦੇ ਪੱਤੇ ਇੱਕ ਮੌਸਮ ਵਿੱਚ ਝੜ ਜਾਂਦੇ ਹਨ, ਬਸੰਤ ਰੁੱਤ ਵਿੱਚ ਪੱਤੇ ਦੁਬਾਰਾ ਆ ਜਾਂਦੇ ਹੈਗੇ। ਇਸ ਤਰ੍ਹਾਂ ਦੀ ਬਨਸਪਤੀ ਦੱਖਣੀ ਭਾਰਤ ਵਿੱਚ ਜ਼ਿਆਦਾ ਮਿਲਦੀ ਹੈਗੀ। ਲੱਕੜੀ ਦੀ ਪ੍ਰਾਪਤੀ ਪੱਖੋਂ ਇਹ ਜੰਗਲ ਬਹੁਤ ਮਹੱਤਤਾ ਰੱਖਦੇ ਹੈਗੇ। ਇਹਨਾਂ ਜੰਗਲਾਂ ਵਿੱਚ ਕਿਹੜੇ ਕਿਹੜੇ ਸਾਨੂੰ ਰੁੱਖ ਮਿਲਦੇ ਆ ਵੀ, ਜਿਵੇਂ ਸਾਲ, ਟੀਕ, ਬਾਂਸ, ਟਾਹਲੀ, ਠੀਕ ਹੈ। ਇਹ ਕਿਸਮ ਦੇ ਸਾਨੂੰ ਜਿਹੜੇ ਰੁੱਖ ਹੈਗੇ ਇਹਨਾਂ ਜੰਗਲਾਂ ਦੇ ਵਿੱਚ ਮਿਲਦੇ ਹੈਗੇ। ਤਾਂ ਪਤਝੜੀ ਜੰਗਲ ਉਹ ਜੰਗਲ ਹੈਗੇ ਜਿਨ੍ਹਾਂ ਦਰੱਖਤਾਂ ਦੇ ਪੱਤੇ ਇੱਕ ਮੌਸਮ ਦੇ ਵਿੱਚ ਝੜ ਜਾਂਦੇ ਹਨ ਅਤੇ ਬਸੰਤ ਰੁੱਤ ਦੇ ਵਿੱਚ ਦੁਬਾਰਾ ਫੇਰ ਆ ਜਾਂਦੇ ਹੈਗੇ, ਠੀਕ ਹੈ। ਇਹ ਜੰਗਲ ਵੱਡੇ ਪੱਧਰ 'ਤੇ ਕਿੱਥੇ ਪਾਏ ਜਾਂਦੇ ਹੈਗੇ, ਦੱਖਣੀ ਭਾਰਤ ਦੇ ਵਿੱਚ। ਲੱਕੜੀ ਦੀ ਪ੍ਰਾਪਤੀ ਪੱਖੋਂ ਇਹ ਬਹੁਤ ਮਹੱਤਤਾ ਰੱਖਦੇ ਹੈਗੇ। ਕਿਹੜੇ ਕਿਹੜੇ ਦਰੱਖਤ ਦੇ ਵਿੱਚ ਪਾਈ ਜਾਂਦੇ ਵੀ, ਸਾਲ, ਟੀਕ, ਬਾਂਸ ਅਤੇ ਟਾਹਲੀ। ਹਾਂਜੀ, ਇਸ ਤੋਂ ਅੱਗੇ ਆਪਾਂ ਗੱਲ ਕਰੀਏ, ਪ੍ਰਸ਼ਨ ਨੰਬਰ ਆਪਣਾ 16 ਹੈ, ਜੰਗਲੀ ਜੀਵਾਂ ਦੇ ਬਚਾਅ ਅਤੇ ਸਾਂਭ ਸੰਭਾਲ ਲਈ ਸਰਕਾਰ ਨੇ ਕੀ ਕਦਮ ਉਠਾਏ ਹਨ, ਠੀਕ ਹੈ। ਇੱਥੇ ਨੇ ਹੈ, ਤਾਂ ਇਹਦੇ ਲਈ 1952 ਦੇ ਵਿੱਚ ਵੀ ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦੀ ਸਥਾਪਨਾ ਕੀਤੀ ਗਈ। 1972 ਵਿੱਚ ਅਤੇ ਫਿਰ 2002 ਵਿੱਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਐਕਟ ਪਾਸ ਕੀਤੇ ਗਏ। ਬਹੁਤ ਸਾਰੇ ਕੌਮੀ ਪਾਰਕ ਅਤੇ ਜੰਗਲੀ ਜੀਵ ਪਨਾਹਗਾਹਾਂ ਦਾ ਵੀ ਪ੍ਰਬੰਧ ਕੀਤਾ ਗਿਆ, ਠੀਕ ਹੈ। ਪਹਿਲੀ ਗੱਲ ਇਹਦੇ ਵਿੱਚ ਆਪਾਂ ਇਹ ਲਿਖਣੀ ਹੈ ਵੀ 1952 ਦੇ ਵਿੱਚ ਜੰਗਲੀ ਜੀਵਾਂ ਲਈ ਭਾਰਤੀ ਬੋਰਡ ਦੀ ਸਥਾਪਨਾ ਕੀਤੀ ਗਈ। 1972 ਦੇ ਵਿੱਚ ਅਤੇ 2002 ਦੇ ਵਿੱਚ
ਜੀਵਾਂ ਦੀ ਰੱਖਿਆ ਕਰਨ ਦੇ ਲਈ ਕਾਨੂੰਨ ਬਣਾਏ ਗਏ। ਠੀਕ ਹੈ। ਅਤੇ ਬਹੁਤ ਸਾਰੇ ਕੌਮੀ ਪਾਰਕ ਅਤੇ ਜੰਗਲੀ ਜੀਵ ਪਨਾਹਗਾਹਾਂ ਦਾ ਵੀ ਪ੍ਰਬੰਧ ਕੀਤਾ ਗਿਆ, ਜਿੱਥੇ ਬਹੁਤ ਸਾਰੇ ਜਾਨਵਰਾਂ ਨੂੰ ਪ੍ਰੋਟੈਕਟ ਕੀਤਾ ਜਾਂਦਾ, ਸੁਰੱਖਿਅਤ ਕੀਤਾ ਜਾਂਦਾ ਗਾ, ਤਾਂ ਜੋ ਉਹਨਾਂ ਦਾ ਸ਼ਿਕਾਰ ਵਗੈਰਾ ਨਾ ਹੋ ਸਕੇ। ਹਾਂਜੀ, ਇਸ ਤੋਂ ਬਾਅਦ ਪਿਆਰੇ ਵਿਦਿਆਰਥੀਓ ਆਪਣੇ ਕੋਲ ਨੇ ਵਰਕ ਬੁੱਕ ਦੇ ਕੁਝ ਪ੍ਰਸ਼ਨ ਨੇ। ਠੀਕ ਹੈ, ਤੁਹਾਨੂੰ ਇੱਕ ਵਰਕ ਬੁੱਕ ਮਿਲੇਗੀ, ਉਹਦੇ ਵਿੱਚ ਇਹ ਪ੍ਰਸ਼ਨ ਹੈਗੇ, ਤੁਸੀਂ ਇਹਨਾਂ ਨੂੰ ਵੀ ਆਪਣੀ ਕਾਪੀਜ਼ ਦੇ ਉੱਪਰ ਨੋਟ ਕਰਨਾ ਗਾ। ਤਾਂ ਦੇਖੋ ਉਹਦੇ ਵਿੱਚ ਪਹਿਲਾ ਹੈ ਆਪਣੇ ਕੋਲ, ਕੁਦਰਤੀ ਸਾਧਨ ਕਿਸੇ ਦੇਸ਼ ਦੀ ਅਰਥ ਵਿਵਸਥਾ ਦੀ ਕੀ ਅਖਵਾਉਂਦੇ ਵੀ, ਰੀੜ੍ਹ ਦੀ ਹੱਡੀ। ਠੀਕ ਹੈ, ਜਿਵੇਂ ਮਨੁੱਖ ਦੇ ਸਰੀਰ ਨੂੰ ਚਲਾਉਣ ਦੇ ਲਈ ਸਭ ਤੋਂ ਜਿਹੜਾ ਅਹਿਮ ਕਹਿ ਸਕਦੇ ਹਾਂ ਵੀ ਕੇਂਦਰ ਬਿੰਦੂ ਹੈਗਾ ਰੀੜ੍ਹ ਦੀ ਹੱਡੀ। ਐਵੇਂ ਕਿਸੇ ਦੇਸ਼ ਦੀ ਅਰਥ ਵਿਵਸਥਾ ਦੇ ਲਈ ਜਿਹੜੇ ਕੁਦਰਤੀ ਸਾਧਨ ਨੇ ਉਹ ਰੀੜ੍ਹ ਦੀ ਹੱਡੀ ਹਨ। ਨੰਬਰ 2, ਕਾਲੀ ਮਿੱਟੀ ਕਿਹੜੀਆਂ ਚਟਾਨਾਂ ਤੋਂ ਬਣੀ ਹੈ ਵੀ, ਅਗਨੀ ਚਟਾਨਾਂ ਤੋਂ। ਨੰਬਰ 3, ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਭਾਗ ਮੈਦਾਨੀ ਹੈ, ਹਾਂਜੀ 43%, ਪਿੱਛੇ ਗੱਲ ਕਰਕੇ ਆਏਂਗੇ। ਨੰਬਰ 4, ਭਾਰਤ ਦਾ ਲਗਭਗ ਕਿੰਨਾ ਹਿੱਸਾ ਪਹਾੜੀ ਹੈ, ਹਾਂਜੀ 30%। ਭਾਰਤ ਵਿੱਚ ਪਠਾਰ ਕੁੱਲ ਖੇਤਰਫਲ ਦਾ ਕਿੰਨਾ ਹਿੱਸਾ ਹੈਗਾ, 27%। ਦੇਸ਼ ਦੇ ਕਿੰਨੇ ਹਿੱਸੇ 'ਤੇ ਜਲੋੜੀ ਮਿੱਟੀ ਪਾਈ ਜਾਂਦੀ ਹੈ, 45%, ਆਪਾਂ ਪਿੱਛੇ ਗੱਲ ਕਰਕੇ ਆਏ ਹਾਂ। ਜਲੋੜੀ ਮਿੱਟੀ ਦੀਆਂ ਕਿਸਮਾਂ ਕਿਹੜੀਆਂ ਹਨ, ਖਾਡਰ ਅਤੇ ਬਾਂਗਰ। ਕਾਲੀ ਮਿੱਟੀ ਕਿਹੜੀਆਂ ਫਸਲਾਂ ਲਈ ਉਪਯੋਗੀ ਹੁੰਦੀ ਹੈ, ਕਪਾਹ, ਕਣਕ ਅਤੇ ਤੰਬਾਕੂ। ਇਹ ਵੀ ਪਿੱਛੇ ਪ੍ਰਸ਼ਨ ਦੇ ਵਿੱਚ ਗੱਲ ਕੀਤੀ ਸੀ। ਡੈਲਟਾ ਕਿਸ ਨੂੰ ਆਖਦੇ ਹੈਗੇ, ਦਰਿਆ ਸਮੁੰਦਰ ਵਿੱਚ ਦਾਖਲ ਹੋਣ ਸਮੇਂ ਡੈਲਟੇ ਦਾ ਨਿਰਮਾਣ ਕਰਦਾ ਹੈਗਾ। ਠੀਕ ਹੈ, ਇਹਦਾ ਆਕਾਰ ਪਿਆਰੇ ਵਿਦਿਆਰਥੀਓ ਵੀ ਵਰਗਾ ਹੁੰਦਾ ਵੀ। ਠੀਕ ਹੈ, ਦੇਖੋ ਜਦੋਂ ਦਰਿਆ ਇਸ ਟਾਈਪ ਨਾਲ ਆਉਂਦੇ ਹੈਗੇ, ਠੀਕ ਹੈ, ਪਾਣੀ ਉਹਨਾਂ ਦਾ ਆਉਂਦਾ ਹੈਗਾ, ਜਦੋਂ ਹੀ ਉਹ ਨੀਵੀਂ ਜਗ੍ਹਾ 'ਤੇ ਆਏਗਾ, ਠੀਕ ਹੈ, ਤਾਂ ਇਸ ਦੇ ਵਿੱਚ ਜਿੰਨੇ ਵੀ ਕੰਕਰ ਰੋੜੇ ਮਿੱਟੀ ਹੋਈ, ਤਾਂ ਉਹ ਜਿਹੜੀ ਨੀਵੀਂ ਜਗ੍ਹਾ ਹੈਗੀ ਇੱਥੇ ਆ ਕੇ ਜਮ੍ਹਾਂ ਹੋਣ ਲੱਗ ਜਾਂਦਾ ਹੈਗਾ, ਤਾਂ ਇਸ ਟਾਈਪ ਦੀ ਜਿਹੜੀ ਇੱਕ ਆਕ੍ਰਿਤੀ ਹੈਗੀ ਉਹ ਬਣਨੀ ਸ਼ੁਰੂ ਹੋ ਜਾਂਦੀ ਵੀ ਟਾਈਪ ਦੀ, ਉਹਨੂੰ ਆਪਾਂ ਡੈਲਟਾ ਕਹਿੰਦੇ ਹੈਗੇ। ਤਾਂ ਇਸ ਤੋਂ ਅੱਗੇ ਪਿਆਰੇ ਵਿਦਿਆਰਥੀਓ ਲਾਸਟ ਹੈ ਆਪਣੇ ਕੋਲ, ਕਾਲੀ ਮਿੱਟੀ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈਗਾ, ਹਾਂਜੀ ਰੇਗਰ ਜਾਂ ਕਪਾਹੀ ਮਿੱਟੀ। ਠੀਕ ਹੈ, ਤਾਂ ਇਹ ਪਿਆਰੇ ਵਿਦਿਆਰਥੀਓ ਆਪਣੇ ਕੋਲ ਤੁਹਾਡਾ ਪਾਠ ਨੰਬਰ 2 ਸੀ, ਕੁਦਰਤੀ ਸਾਧਨ। ਠੀਕ ਹੈ, ਤੁਸੀਂ ਧਿਆਨ ਨਾਲ ਇਸ ਪਾਠ ਨੂੰ ਆਪਣੀਆਂ ਕਾਪੀਆਂ ਦੇ ਉੱਪਰ ਲਿਖਣਾ ਗਾ, ਅਤੇ ਬਾਅਦ ਦੇ ਵਿੱਚ ਇਸ ਨੂੰ ਯਾਦ ਵੀ ਕਰਨਾ ਗਾ। ਠੀਕ ਹੈ, ਤਾਂ ਜੋ ਜਿਹੜੀ ਸਾਡੀ ਅਸੀਂ ਲਿਖਣ ਦਾ ਅਤੇ ਯਾਦ ਕਰਨ ਦਾ ਕੰਮ ਨਾਲ ਨਾਲ ਕਰਦੇ ਰਹੀਏ। ਠੀਕ ਹੈ, ਇਸ ਤੋਂ ਬਾਅਦ ਤੁਸੀਂ ਇਸ ਵੀਡੀਓ ਨੂੰ ਤੁਹਾਡੇ ਜਿਹੜੇ ਸਾਥੀ ਹੈਗੇ ਮੇਰੇ ਵਿਦਿਆਰਥੀ ਉਹਨਾਂ ਦੇ ਨਾਲ ਵੀ ਸ਼ੇਅਰ ਕਰਨਾ ਗਾ, ਉਹਨਾਂ ਨੂੰ ਇਹ ਵੀਡੀਓ ਸੈਂਡ ਕਰਨੀ ਹੈ ਅਤੇ ਉਹਨਾਂ ਨੂੰ ਕਹਿਣਾ ਗਾ ਵੀ ਇਹ ਤੁਹਾਡਾ 8ਵੀਂ ਜਮਾਤ ਦਾ ਪਾਠ ਨੰਬਰ 2 ਹੈ। ਠੀਕ ਹੈ, ਤੁਸੀਂ ਇਸ ਨੂੰ ਆਪਣੀ ਕਾਪੀਆਂ ਦੇ ਉੱਪਰ ਲਿਖਣਾ ਅਤੇ ਯਾਦ ਕਰਨਾ ਗਾ, ਤਾਂ ਜੋ ਜਿਹੜਾ ਤੁਹਾਡਾ ਲਿਖਣ ਦਾ ਕੰਮ ਆ ਤੁਹਾਡਾ ਨਾਲ ਨਾਲ ਚੱਲਦਾ ਰਹੇ। ਠੀਕ ਹੈ, ਜਲਦੀ ਆਪਾਂ ਜਿਹੜਾ ਤੁਹਾਡਾ ਸਮਾਜਿਕ ਸਿੱਖਿਆ ਦਾ 8ਵੀਂ ਜਮਾਤ ਦਾ ਅਗਲਾ ਪਾਠ ਹੈਗਾ, ਉਸ ਦੇ ਜਿਹੜੇ ਤੁਹਾਨੂੰ ਪ੍ਰਸ਼ਨ ਉੱਤਰ ਹੈਗੇ ਇਸ ਇੱਕ ਵੀਡੀਓ ਲੈਕਚਰ ਦੇ ਰਾਹੀਂ ਭੇਜ ਦਿੱਤੇ ਜਾਣਗੇ। ਠੀਕ ਹੈ, ਤਦ ਤੱਕ ਦੇ ਲਈ ਤੁਸੀਂ ਇਸ ਨੂੰ ਪੜ੍ਹੋ ਅਤੇ ਯਾਦ ਕਰੋ ਅਤੇ ਲਿਖੋ। ਠੀਕ ਹੈ ਪਿਆਰੇ ਵਿਦਿਆਰਥੀਓ, ਓਕੇ ਜੀ, ਧੰਨਵਾਦ।